ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਸੱਚਾ ਸੇਵੀ ਸੱਚ ਸਾਲਾਹੀ, ਸਚੈ ਨਾਇ ਦੁਖ ਕਬਹੀ ਨਾਹੀ। ਸੱਚਾ ਸੇਵੀ ਸੱਚ ਸਾਲਾਹੀ, ਸਚੈ ਨਾਇ ਦੁਖ ਕਬਹੀ ਨਾਹੀ। ਸੁਖ ਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ। ਹਉ ਵਾਰੀ ਜਿਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰਿ ਸੇਵਹਿ ਸੇ ਸਦਾ ਸੋਹੈ, ਸੋਭਾ ਸੁਰਤ ਸੁਹਾਵਣਿਆ। ਰਹਾਉ ਜੋ ਹਰਿ ਸੇਵਹਿ ਸੇ ਸਦਾ ਸੋਹੈ, ਸੋਭਾ ਸੁਰਤ ਸੁਹਾਵਣਿਆ। ਰਹਾਉ ਸੱਚਾ ਸੇਵੀ ਸੱਚ ਸਾਲਾਹੀ, ਸਚੈ ਨਾਇ ਦੁਖ ਕਬਹੀ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ ਗੁਰਬਾਣੀ ਅਤੇ ਸਾਧ ਸੰਗਤ ਦੀ ਦਾਤ ਬਖਸ਼ਿਸ਼ ਕੀਤੀ। ਗੁਰਬਾਣੀ ਇੱਕ ਹਥਿਆਰ ਹੈ, ਸਾਧ ਸੰਗਤ ਇੱਕ ਕਿਲਾ ਹੈ। ਕਲਯੁਗ ਦਾ ਸਮਾਂ ਬਹੁਤ ਭਿਆਨਕ ਹੈ। ਇਸ ਕਲਯੁਗ ਦੇ ਪ੍ਰਭਾਵ ਤੋਂ, ਕਲਯੁਗ ਦੇ ਵਾਰਾਂ ਤੋਂ ਬਚਣ ਵਾਸਤੇ ਗੁਰਬਾਣੀ ਹੀ ਇੱਕ ਹਥਿਆਰ ਹੈ। ਸਤ ਸੰਗਤ ਹੀ ਇੱਕ ਹਿਫਾਜ਼ਤੀ ਕਿਲਾ ਹੈ, ਜਿੱਥੇ ਆ ਕੇ ਮਨੁੱਖ ਕਲਯੁਗ ਦੇ ਪ੍ਰਭਾਵ ਤੋਂ, ਕਲਯੁਗ ਦੇ ਵਾਰਾਂ ਤੋਂ ਸੁਰੱਖਿਅਤ ਹੋ ਸਕਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਤਕਰੀਬਨ ਸਾਰੇ ਹੀ ਗੁਰਬਾਣੀ ਦੇ ਅੰਦਰ ਗੁਰਮੁਖਾਂ ਤੇ ਮਨਮੁਖਾਂ ਦੀ ਹੀ ਵਿਵੇਚਨਾ ਕੀਤੀ ਗਈ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰੀ ਜਿਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵਾ ਹੈ ਸੇ ਸਦਾ ਸੋਹੈ, ਸੇਵਾ ਸੁਰਤ ਸੁਹਾਵਣਿਆ। ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰੀ ਜਿਉ ਵਾਰੀ। ਐ ਪਿਆਰੇ ਜੀਓ, ਮੈਂ ਬਲਿਹਾਰ ਜਾਨਾ ਹਾਂ, ਸਦਕੇ ਜਾਨਾ ਹਾਂ, ਕਿਹਨਾਂ ਤੋਂ? ਸੁਖ ਸਹਿਜ ਸਮਾਧ ਲਗਾਵਣਿਆ। ਜਿਹੜੇ ਆਤਮਕ ਅਵਸਥਾ ਦੇ ਸੁਖ ਦੇ ਅੰਦਰ ਸਮਾਧੀ ਲਾਉਂਦੇ ਹਨ,
ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਣਾ ਹਾਂ। ਸਮਾਧੀ ਤੋਂ ਮੁਰਾਦ ਹੈ ਸੁਰਤ ਜੋੜਨੀ, ਚਿੱਤ ਬਿਰਤੀ ਨੂੰ ਇਕਾਗਰ ਕਰਨਾ, ਅਥਵਾ ਸਮਾਧੀ ਦਾ ਅਰਥ ਹੁੰਦਾ ਹੈ ਲੀਨ ਹੋਣਾ, ਅਭੇਦ ਹੋ ਜਾਣਾ। ਦੋ ਕਿਸਮ ਦੀ ਸਮਾਧੀ ਮਹਾਂਪੁਰਖ ਦੱਸਦੇ ਸਨ। ਇੱਕ ਸਾਵਿਕਲਪ ਸਮਾਧੀ ਹੁੰਦੀ ਹੈ, ਦੂਸਰੀ ਨਿਰਵਿਕਲਪ ਸਮਾਧੀ ਹੁੰਦੀ ਹੈ। ਸਾਵਿਕਲਪ ਸਮਾਧੀ ਤੇ ਉਹ ਹੁੰਦੀ ਹੈ ਜੋ ਕੋਈ ਫੁਰਨਾ ਮਨ ਦੇ ਵਿੱਚ ਲੈ ਕੇ ਸਮਾਧੀ ਲਾਈ ਜਾਂਦੀ ਹੈ, ਤੇ ਦੂਸਰੀ ਨਿਰਵਿਕਲਪ ਸਮਾਧੀ ਹੁੰਦੀ ਹੈ ਜਿਹਦੇ ਵਿੱਚ ਫੁਰਨੇ ਦਾ ਵੀ ਅਭਾਵ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਣਾ ਹਾਂ, ਸੁਖ ਸਹਿਜ ਸਮਾਧ ਲਗਾਵਣਿਆ, ਜਿਹੜੇ ਆਤਮਿਕ ਅਡੋਲ ਅਵਸਥਾ ਦੇ ਅੰਦਰ ਸਮਾਧੀ ਲਾਉਂਦੇ ਹਨ, ਚਿੱਤ ਬਿਰਤੀ ਨੂੰ ਲੀਨ ਕਰਦੇ ਹਨ ਤੇ ਨਾਲ ਹੀ ਆਤਮਿਕ ਸੁਖ ਮਾਣਦੇ ਹਨ। ਜੋ ਹਰ ਸੇਵੈ ਹੈ ਸੇ ਸਦਾ ਸੋਹ ਹੈ, ਸੋਭਾ ਸੁਰਤ ਸੁਹਾਵਣਿਆ। ਹਜ਼ੂਰ ਫਰਮਾਉਂਦੇ ਹਨ, ਜੋ ਗੁਰਸਿੱਖ ਮਾਈ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਨ, ਸੇ ਸਦਾ ਸੋਹ ਹੈ, ਉਹ ਹਮੇਸ਼ਾ ਲਈ ਇਸ ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਸੋਭਾ ਨੂੰ ਪ੍ਰਾਪਤ ਕਰਦੇ ਹਨ। ਸੋਭਾ ਸੁਰਤ ਸੁਹਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਦੀ ਹਮੇਸ਼ਾ ਲਈ ਸੋਭਾ ਹੁੰਦੀ ਹੈ। ਕਿਉਂ? ਉਹ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਦੇ ਹਨ ਅਤੇ ਸੁਹਾਵਣਿਆ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲੈਂਦੇ ਨੇ। ਜਿਹੜੇ ਗੁਰਸਿੱਖ ਮਾਈ ਭਾਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹਨਾਂ ਦਾ ਜੀਵਨ ਸੁਹਾਵਣਾ ਬਣ ਜਾਂਦਾ ਹੈ ਅਤੇ ਨਾਲ ਹੀ ਜੁਗ ਜੁਗ ਸੋਭਾ ਹੋਏ। ਜੁਗਾਂ ਜੁਗਾਂ ਦੇ ਅੰਦਰ ਉਹਨਾਂ ਦੀ ਸੋਭਾ ਵੀ ਹੁੰਦੀ ਹੈ। ਗਿਆਨੀ ਹਰਬੰਸ ਸਿੰਘ ਜੀ ਨੇ ਇਹਦਾ ਅਰਥ ਇਉਂ ਕੀਤਾ ਹੈ, ਸੋਭਾ ਸੁਰਤ ਸੁਹਾਵਣਿਆ। ਉਹਨਾਂ ਦੀ ਸੋਭਾ ਹੁੰਦੀ ਹੈ ਸੁਰਤ ਸੁਹਾਵਣਿਆ, ਕਿਉਂਕਿ ਉਹਨਾਂ ਦੀ ਸੁਰਤ ਸੁਹਾਵਣੀ ਬਣ ਜਾਂਦੀ ਹੈ। ਪਰ ਸੋਭਾ ਦੇ ਨਾਲ ਸੁਹਾਵਣਿਆ ਸ਼ਬਦ ਦਾ ਮੇਲ ਹੁੰਦਾ ਹੈ ਤੇ ਸੁਰਤ ਦੇ ਨਾਲ ਸ਼ਬਦ ਦਾ ਸੁਮੇਲ ਹੁੰਦਾ ਹੈ। ਜਿਹੜੇ ਸੁਰਤ ਨੂੰ ਸ਼ਬਦ ਨਾਲ ਜੋੜਦੇ ਨੇ ਉਹਨਾਂ ਦੀ ਹੀ ਸੋਭਾ ਹੁੰਦੀ ਹੈ ਤੇ ਉਹਨਾਂ ਦਾ ਹੀ ਜੀਵਨ ਸੁਹਾਵਣਾ ਬਣਦਾ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਸੱਚਾ ਸੇਵੀ ਸੱਚ ਸਲਾਹੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖ ਸੱਚਾ ਸੇਵੀ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਦੇ ਹਨ। ਭਾਵ ਉਸ ਸਦਾ ਸਿਰ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਨ, ਪੂਜਾ ਅਕਾਲ ਦੀ ਕਰਦੇ ਹਨ ਤੇ ਨਾਲ ਹੀ ਸੱਚ ਸਲਾਹੀ ਤੇ ਸੱਚ ਨੂੰ ਹੀ ਸਲਾਹੁੰਦੇ ਹਨ। ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਦੁਨੀਆ ਨਾ ਸਾ ਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੇ ਪ੍ਰਵਾਹੋ। ਇਹਨਾਂ ਗੁਰੂ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ
ਗੁਰਮੁਖ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਹੀ ਸੇਵਾ ਕਰਦੇ ਹਨ ਤੇ ਉਹ ਸੱਚ ਨੂੰ ਹੀ ਸਲਾਹੁੰਦੇ ਹਨ। ਸਚੈ ਨਾਇ ਦੁਖ ਕਬਹੀ ਨਾਹੀ। ਇਸ ਦੇ ਨਾਲ ਹੀ ਉਹ ਗੁਰਮੁਖ ਪਿਆਰੇ ਸੱਚੇ ਨਾਮ ਦੇ ਨਾਲ ਵੀ ਜੁੜਦੇ ਹਨ, ਜਿਸ ਦਾ ਸਦਕਾ ਦੁੱਖ ਕਬਹੀ ਨਾਹੀ। ਉਹਨਾਂ ਨੂੰ ਕਦੇ ਵੀ ਦੁੱਖ ਨਹੀਂ ਪ੍ਰਾਪਤ ਹੁੰਦਾ। ਜਿਹੜੇ ਸੱਚੇ ਨਾਮ ਦੇ ਨਾਲ ਜੁੜਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ, ਉਹਨਾਂ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ। ਸੁਖ ਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਜਨ ਸੁਖ ਦਾਤਾ ਸੇਵਨ, ਸੁਖਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਨ ਤੇ ਨਾਲ ਹੀ ਸੁਖ ਪਾਏ ਨੂੰ, ਉਹ ਸੁਖ ਪਾਉਂਦੇ ਹਨ। ਗੁਰਮਤਿ ਮਨ ਵਸਾਵਣਿਆ, ਹਾਂ ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਹਨ। ਹਉ ਵਾਰੀ ਜਿਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵਹਿ ਸੇ ਸਦਾ ਸੋਹੈ, ਸ਼ੋਭਾ ਸੁਰਤ ਸੁਹਾਵਣਿਆ। ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਜੀਓ, ਮੈਂ ਉਹਨਾਂ ਗੁਰਮੁਖਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਨਾ ਹਾਂ, ਸੁਖ ਸਹਿਜ ਸਮਾਧ ਲਗਾਵਣਿਆ। ਜਿਹੜੇ ਆਤਮਕ ਅਡੋਲ ਅਵਸਥਾ ਦੇ ਅੰਦਰ ਸੁਖ ਦੀ ਸਮਾਧੀ ਲਾਉਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ। ਜੋ ਹਰ ਸੇਵੈ ਸੇ ਸਦਾ ਸੁਹ ਹੈ, ਸੋਭਾ ਸੁਰਤ ਸੁਹਾਵਣਿਆ। ਜੋ ਗੁਰਸਿੱਖ ਮਾਈ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਨ, ਉਹ ਲੋਕ ਤੇ ਪਰਲੋਕ ਵਿੱਚ ਹਮੇਸ਼ਾ ਲਈ ਸੋਭਾ ਖੱਟਦੇ ਹਨ। ਸੋਭਾ ਸੁਰਤ ਸੁਹਾਵਣਿਆ, ਔਰ ਉਹਨਾਂ ਨੂੰ ਸੋਭਾ ਪ੍ਰਾਪਤ ਹੁੰਦੀ ਹੈ, ਕਿਉਂ ਉਹ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਦੇ ਨੇ ਅਤੇ ਉਹਨਾਂ ਦਾ ਜੀਵਨ ਸੁਹਾਵਣਾ ਬਣ ਜਾਂਦਾ ਹੈ। ਸਭ ਕੋ ਤੇਰਾ ਭਗਤ ਕਹਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਭ ਕੋਈ ਭਾਵ ਜਿਤਨੇ ਵੀ ਦੁਨੀਆ ਦੇ ਲੋਕ ਨੇ, ਘਾਟ ਨਾ ਕਿਨੀ ਕਹਾਇਆ, ਸਭ ਕਹਤੇ ਹੈ ਪਾਇਆ। ਹਰ ਕੋਈ ਇਹ ਕਹਿੰਦਾ ਹੈ ਵੀ ਮੈਂ ਵਾਹਿਗੁਰੂ ਦਾ ਭਗਤ ਹਾਂ, ਮੈਂ ਵਾਹਿਗੁਰੂ ਦਾ ਦਾਸ ਹਾਂ, ਮੈਂ ਉਸ ਦਾ ਸੇਵਕ ਹਾਂ। ਹਰ ਕੋਈ ਤੇਰਾ ਭਗਤ ਅਖਵਾਉਂਦਾ ਹੈ। ਸੇਈ ਭਗਤ ਤੇਰੇ ਮਨ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰ ਅਸਲੀ ਭਗਤ ਉਹੀ ਹਨ ਜੋ ਤੇਰੇ ਮਨ ਵਿੱਚ ਪਾ ਗਏ ਹਨ। ਕਹਾਉਂਦੇ ਤੇ ਸਾਰੇ ਆਪਣੇ ਆਪ ਨੂੰ ਭਗਤ ਨੇ, ਪਰ ਅਸਲੀ ਭਗਤ ਉਹ ਨੇ ਜਿਹੜੇ ਤੇਰੇ ਮਨ ਨੂੰ ਪਸੰਦ ਆ ਗਏ। ਸਚ ਬਾਣੀ ਤੁਧੈ ਸਾਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਉਹ ਭਗਤ ਜਨ ਕੀ ਕਰਦੇ ਹਨ ਤੇ ਕਿਸ ਤਰ੍ਹਾਂ ਤੇਰੇ ਮਨ ਨੂੰ ਭਾਉਂਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਬਾਰੇ ਫਰਮਾਉਂਦੇ ਹਨ, ਸੱਚ ਬਾਣੀ, ਉਹ ਸੱਚਰੂ ਬਾਣੀ ਦੁਆਰਾ ਤੁਧੈ ਸਾਲਾਹਨ, ਤੈਨੂੰ ਸਲਾਹੁੰਦੇ ਹਨ। ਭਾਵ ਸੱਚੀ ਬਾਣੀ ਦੁਆਰਾ ਤੇਰੀ ਸਿਫਤ ਸਲਾਹ ਕਰਦੇ ਹਨ। ਰੰਗ ਰਾਤੇ ਭਗਤ ਕਰਾਵਣਿਆ, ਤੇ ਉਹ ਭਗਤੀ ਕਰਦੇ ਕਰਦੇ ਤੇਰੇ ਰੰਗ ਵਿੱਚ ਰੰਗੇ ਜਾਂਦੇ ਨੇ। ਭਾਵ ਤੇਰੀ ਸਿਫਤ ਸਲਾਹ ਕਰਦੇ ਹੋਏ ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਇਉਂ ਭਗਤੀ ਕਰਦੇ ਕਰਦੇ ਤੇਰੇ ਰੰਗ ਵਿੱਚ ਰੰਗੇ ਜਾਂਦੇ ਹਨ। ਸਭ ਕੋ ਸੱਚੇ ਹਰ ਜੀਉ ਤੇਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸੱਚੇ ਹੋ ਤੇ ਆ ਜਿਤਨਾ ਵੀ ਸੰਸਾਰ ਹੈ ਇਹ ਸਭ ਤੇਰਾ ਹੀ ਬਣਾਇਆ ਹੋਇਆ ਹੈ। ਭਾਵ ਆ ਜਿਹੜੀਆਂ ਲੱਖਾਂ ਧਰਤੀਆਂ ਨੇ, ਲੱਖਾਂ ਆਕਾਸ਼ ਨੇ, ਸਮੁੰਦਰ ਨੇ, ਪਹਾੜ ਨੇ, ਕੋਈ ਅੰਤ ਨਹੀਂ। ਧਰਤੀ ਹੋਰ ਪਰੈ ਹੋਰ ਹੋਰ,
ਤਿਸ ਤੇ ਪਾਰ ਤਲੈ ਕਵਣ ਜੋਰ। ਹਜ਼ੂਰ ਕਹਿੰਦੇ ਨੇ ਐ ਸੱਚੇ ਵਾਹਿਗੁਰੂ ਜੀਓ, ਹੈ ਤੇ ਸਭ ਕੋਈ ਤੇਰਾ, ਭਾਵ ਸਾਰਾ ਇਹ ਸੰਸਾਰ ਹੀ ਤੇਰਾ ਆਪਣਾ ਹੈ। ਗੁਰਮੁਖ ਮਿਲੈ ਤਾਂ ਚੂਕੈ ਫੇਰਾ। ਪਰ ਹਾਂ ਜਿਹੜਾ ਗੁਰੂ ਰਾਹੀਂ ਤੈਨੂੰ ਮਿਲ ਜਾਂਦਾ ਹੈ ਤਾਂ ਚੁੱਕੈ ਫੇਰਾ, ਤੇ ਫੇਰ ਹੀ ਉਹਦਾ ਜਿਹੜਾ ਆਉਣ ਜਾਣ ਦਾ 84 ਦਾ ਚੱਕਰ ਮਿਟਦਾ ਹੈ। ਜਾਂ ਤੁਧ ਭਾਵੈ ਤਾਂ ਨਾਇ ਰਚਾਵਹਿ, ਤੂੰ ਆਪੇ ਨਾਮ ਜਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਾਂ ਤੁਧ ਭਾਵੈ, ਜਦੋਂ ਤੈਨੂੰ ਪਾਉਂਦਾ ਹੈ ਫਿਰ ਤੂੰ ਨਾਏ ਰਚਾਵੈ, ਫਿਰ ਤੂੰ ਆਪਣੇ ਨਾਮ ਦੇ ਵਿੱਚ ਤਦਾਕਾਰ ਕਰ ਦੇਣਾ ਹੈ, ਤੂੰ ਆਪੇ ਨਾਮ ਜਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਪਣੇ ਆਪ ਕੋਈ ਤੇਰਾ ਨਾਮ ਵੀ ਨਹੀਂ ਜਪ ਸਕਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਤੂੰ ਆਪ ਹੀ ਗੁਰਮੁਖਾਂ ਦੇ ਪਾਸੋਂ ਨਾਮ ਜਪਾਉਣਾ ਹੈ। ਗੁਰਮਤੀ ਹਰ ਮਨ ਵਸਾਇਆ। ਸਾਹਿਬ ਸਤਿਗੁਰੂ ਫਰਮਾਉਂਦੇ ਹਨ, ਭਾਈ ਉਹਨਾਂ ਗੁਰਮੁਖਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਹੈ। ਹਰਖ ਸੋਗ ਸਭ ਮੋਹ ਗਵਾਇਆ। ਔਰ ਇਸ ਦੇ ਨਾਲ ਹੀ ਜਿਹੜਾ ਹਰਖ ਖੁਸ਼ੀ ਸੀ ਤੇ ਸੋਗ ਸੀ ਤੇ ਸਾਰਾ ਮੋਹ ਸੀ, ਇਹ ਵੀ ਉਹਨਾਂ ਨੇ ਗਵਾ ਦਿੱਤਾ। ਕਿਉਂਕਿ ਜਦੋਂ ਇਸ ਮਨੁੱਖ ਨੂੰ ਕੋਈ ਚੀਜ਼ ਮਿਲਦੀ ਹੈ ਉਸ ਵੇਲੇ ਖੁਸ਼ ਹੋ ਜਾਂਦਾ ਹੈ, ਤੇ ਜਦੋਂ ਕੋਈ ਹੱਥੋਂ ਖੁੱਸਦੀ ਹੈ ਤੇ ਉਸ ਵੇਲੇ ਸੋਗ ਪੈ ਜਾਂਦਾ ਹੈ। ਹਜ਼ੂਰ ਕਹਿੰਦੇ ਨੇ, ਜਦੋਂ ਦਾ ਗੁਰਮਤਿ ਨੂੰ ਧਾਰਨ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਮਨ ਦੇ ਵਿੱਚ ਵਸਾਇਆ, ਔਰ ਉਦੋਂ ਤੋਂ ਹਰਖ ਵੀ ਸ਼ੋਕ ਵੀ, ਇਹ ਦੁਨਿਆਵੀ ਜਿਹੜੇ ਉਤਰਾ ਚੜਾ ਸਨ ਤੇ ਸਾਰਾ ਮੋਹ ਵੀ ਗਵਾ ਦਿੱਤਾ ਹੈ। ਇਕਸ ਸਿਉ ਲਿਵ ਲਾਗੀ ਸਦਹੀ, ਹਰ ਨਾਮ ਮਨ ਵਸਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹਮੇਸ਼ਾ ਲਈ ਲਿਵ ਲੱਗ ਗਈ ਹੈ। ਹਰ ਨਾਮ ਮਨ ਵਸਾਵਣਿਆ, ਤੇ ਹਰ ਵੇਲੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਆਪਣੇ ਮਨ ਦੇ ਵਿੱਚ ਵਸਾਈ ਰੱਖਦੇ ਹਨ। ਭਗਤ ਰੰਗ ਰਾਤੇ ਸਦਾ ਤੇਰੇ ਚਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਹੜੇ ਤੇਰੇ ਭਗਤ ਨੇ ਉਹ ਤੇਰੇ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ। ਕਿਉਂ ਚਾਏ? ਉਹਨਾਂ ਦੇ ਮਨ ਦੇ ਵਿੱਚ ਤੇਰੇ ਨਾਮ ਜਪਣ ਦਾ ਚਾਉ ਤੇ ਉਮਾਉ ਹੁੰਦਾ ਹੈ। ਅਥਵਾ ਭਗਤ ਰੰਗ ਰਾਤੇ ਸਦਾ ਤੇਰਾ ਚਾਏ। ਹੇ ਵਾਹਿਗੁਰੂ ਜੀ, ਜਿਹੜੇ ਤੇਰੇ ਭਗਤ ਨੇ ਉਹ ਬੜੇ ਚਾਅ ਦੇ ਨਾਲ ਤੇਰੇ ਨਾਮ ਦੇ ਭਗਤੀ ਦੇ ਰੰਗ ਦੇ ਵਿੱਚ ਹਮੇਸ਼ਾ ਲਈ ਰੰਗੇ ਰਹਿੰਦੇ ਹਨ। ਨਾਮ ਨਿਧ ਨਾਮ ਵਸਿਆ ਮਨ ਆਏ। ਕਿਉਂਕਿ ਨੌ ਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਔਰ ਉਹ ਨਾਮ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਆ ਕੇ ਵਸ ਗਿਆ, ਤੇ ਉਸ ਨਾਮ ਦੇ ਰੰਗ ਦੇ ਵਿੱਚ ਉਹ ਹਮੇਸ਼ਾ ਲਈ ਰੰਗੇ ਰਹਿੰਦੇ ਹਨ। ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰਾ ਭਾਗ ਸਤਿਗੁਰ ਪਾਇਆ, ਪੂਰੇ ਭਾਗਾਂ ਦੇ ਨਾਲ ਸੱਚੇ ਸਤਿਗੁਰੂ ਨੂੰ ਪ੍ਰਾਪਤ ਕੀਤਾ। ਸ਼ਬਦੇ ਮੇਲ ਮਿਲਾਵਣਿਆ, ਤੇ ਉਸ ਗੁਰੂ ਦੇ ਸ਼ਬਦ ਦੁਆਰਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ। ਤੂੰ ਦਇਆਲ ਸਦਾ ਸੁਖ ਦਾਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਦਇਆ ਦਾ ਘਰ ਹੈ ਤੇ ਹਮੇਸ਼ਾ ਲਈ ਸਾਰੇ ਸੁੱਖਾਂ ਦਾ ਵੀ ਦਾਤਾਰ ਹੈ। ਤੂੰ ਆਪੇ ਮੇਲ ਹੈ ਗੁਰਮੁਖ ਜਾਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਆਪ ਹੀ ਮੇਲਦਾ ਹੈ। ਕਿਹਨਾਂ ਨੂੰ ਮੇਲਦਾ ਹੈ? ਗੁਰਮੁਖ ਜਾਤਾ, ਜਿਨ੍ਹਾਂ ਨੇ ਗੁਰੂ ਰਾਹੀਂ ਤੈਨੂੰ ਜਾਣ ਲਿਆ ਹੈ। ਤੂੰ ਆਪੇ ਦੇਵਹਿ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ
ਇਹ ਨਾਮ ਦੀ ਵਡਿਆਈ ਦਿੰਦੇ ਹੋ ਗੁਰਮੁਖਾਂ ਨੂੰ। ਨਾਮ ਰਤੇ ਸੁਖ ਪਾਵਣਿਆ, ਤੇ ਫਿਰ ਉਹ ਨਾਮ ਦੇ ਵਿੱਚ ਹਮੇਸ਼ਾ ਲਈ ਰੰਗੇ ਰਹਿੰਦੇ ਨੇ। ਸੁਖ ਪਾਵਣਿਆ ਤੇ ਆਤਮਕ ਸੁਖ ਨੂੰ ਵੀ ਪ੍ਰਾਪਤ ਕਰਦੇ ਹਨ। ਸਦਾ ਸਦਾ ਸਾਚੇ ਤੁਧ ਸਲਾਹੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹੇ ਸੱਚੇ ਪ੍ਰਭੂ ਜੀ, ਅਸੀਂ ਤੇ ਸਦਾ ਸਦਾ ਆਪ ਜੀ ਨੂੰ ਸਲਾਹ ਰਹੇ ਹਾਂ। ਗੁਰਮੁਖ ਜਾਤਾ ਦੂਜਾ ਕੋ ਨਾਹੀ। ਅਸਾਂ ਗੁਰੂ ਦੀ ਕਿਰਪਾ ਦੁਆਰਾ ਤੈਨੂੰ ਜਾਣ ਲਿਆ ਹੈ, ਤੇ ਹੁਣ ਸਾਡਾ ਇਹ ਵਿਸ਼ਵਾਸ ਹੈ ਦੂਜਾ ਕੋ ਨਹੀਂ, ਹੋਰ ਤੇਰੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਹੈ। ਏਕਸ ਸਿਉ ਮਨ ਰਹਾ ਸਮਾਏ, ਮਨ ਮੰਨੀਐ ਮਨ ਹੈ ਮਿਲਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਏਕਸ ਸਿਉ ਮਨ ਰਹਿਆ ਸਮਾਏ। ਹੁਣ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਸਾਡਾ ਮਨ ਸਮਾਏ ਦਾ ਅਰਥ ਹੈ ਲੀਨ ਹੋ ਰਿਹਾ ਹੈ, ਤਦਾਕਾਰ ਹੋ ਰਿਹਾ ਹੈ। ਮਨ ਮੰਨਿਆ, ਮੰਨਿਆ ਨਹੀਂ ਮੰਨਿਆ, ਮਨ ਮੰਨਿਆ ਮਨ ਹੈ ਮਿਲਾਵਣਿਆ। ਹਜ਼ੂਰ ਕਹਿੰਦੇ ਜਦੋਂ ਕਿਸੇ ਦਾ ਮਨ ਮੰਨਿਆ ਦਾ ਅਰਥ ਹੈ ਮੰਨ ਜਾਵੇ, ਤੇ ਮਨ ਮੰਨਣ ਤੋਂ ਹੀ ਮਨ ਹੈ ਮਿਲਾਵਣਿਆ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਉਸ ਜੀਵ ਆਤਮਾ ਨੂੰ, ਉਸ ਰੂਹ ਨੂੰ ਆਪਣੇ ਮਨ ਦੇ ਨਾਲ, ਭਾਵ ਆਪਣੀ ਆਤਮਾ ਦੇ ਨਾਲ ਮਿਲਾ ਲੈਂਦਾ ਹੈ। ਗੁਰਮੁਖ ਹੋਵੇ ਸੋ ਸਾਲਾਹੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਬਣ ਜਾਂਦਾ ਹੈ, ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਸੋ ਸਾਲਾਹੇ, ਉਹੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ। ਸਾਚੇ ਠਾਕੁਰ ਵੇ ਪਰਵਾਹੇ। ਉਹ ਕਿਵੇਂ ਸਿਫਤ ਸਲਾਹ ਕਰਦਾ ਹੈ? ਹੇ ਵਾਹਿਗੁਰੂ ਜੀ, ਤੁਸੀਂ ਸੱਚੇ ਹੋ, ਠਾਕੁਰ ਮਾਲਕ ਹੋ, ਤੇ ਵੇ ਪਰਵਾਹ ਅਤੇ ਹਮੇਸ਼ਾ ਲਈ ਬੇਮੋਹਤਾਜਾ ਬੇਪਰਵਾਹੋ, ਨਾਨਕ ਦਾਸ ਕਹੋ ਗੁਰਵਾਹੋ, ਬੇਪਰਵਾਹੀਆਂ ਦੇ ਮਾਲਕ ਹੋ। ਉਹ ਇਸ ਢੰਗ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ। ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਢੰਗ ਦੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਨਾਨਕ ਨਾਮ ਵਸੈ ਮਨ ਅੰਤਰ, ਫਿਰ ਉਸ ਗੁਰਮੁਖ ਪਿਆਰੇ ਦੇ ਮਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ। ਗੁਰ ਸ਼ਬਦੀ ਹਰ ਮੇਲਾਵਣਿਆ। ਹਾਂ, ਗੁਰੂ ਸ਼ਬਦ ਦੁਆਰਾ ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਗੁਰੂ ਦੇ ਬਖਸ਼ੇ ਸ਼ਬਦ ਦੀ ਉਪਦੇਸ਼ ਦੀ ਕਮਾਈ ਕਰਦਾ ਹੈ, ਹਰ ਮੇਲਾਵਣਿਆ, ਉਸ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ। ਬਾਝ ਮਹੱਲਾ ਤੀਜਾ। ਤੇਰੇ ਭਗਤ ਸੋ ਹੈ ਸਾਚੈ ਦਰਬਾਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਭਗਤਾਂ ਦੀ, ਸੰਤਾਂ ਮਹਾਂਪੁਰਖਾਂ ਦੀ ਮਹਿਮਾ ਹੀ ਉਚਾਰਨ ਕਰਦੇ ਹਨ। ਹਉ ਵਾਰੀ ਜਿਉ ਵਾਰੀ, ਨਾਮ ਸੁਣ ਮਨ ਵਸਾਵਣਿਆ। ਹਰ ਜੀਉ ਸੱਚਾ, ਉੱਚੋ ਉੱਚਾ, ਹਉਮੈ ਮਾਰ ਮਿਲਾਵਣਿਆ। ਰਹਾਉ। ਹਜ਼ੂਰ ਫਰਮਾਉਂਦੇ ਨੇ, ਐ ਪਿਆਰੇ ਜੀਓ, ਮੈਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਨਾ ਹਾਂ। ਨਾਮ ਸੁਣ, ਜਿਹੜੇ ਨਾਮ ਨੂੰ ਸੁਣ ਕੇ, ਕਿਉਂਕਿ ਪਹਿਲਾਂ ਗੁਰੂ ਦੇ ਮੁਖ ਤੋਂ ਨਾਮ ਸੁਣਿਆ ਜਾਂਦਾ ਹੈ, ਜਿਹੜੇ ਨਾਮ ਨੂੰ ਸੁਣ ਕੇ ਮਨ ਵਸਾਵਣੇ ਆ ਤੇ ਫਿਰ ਉਹਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ। ਹਰ ਜੀਉ ਸੱਚਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਸੱਚਾ ਹੈ, ਤਿੰਨੇ ਕਾਲਾਂ ਦੇ ਵਿੱਚ ਕਦੀ ਨਾਸ ਨਹੀਂ ਹੁੰਦਾ। ਉੱਚੋ ਉੱਚਾ, ਤੇ ਫਿਰ ਉਹ ਉੱਚਿਆਂ ਤੋਂ ਵੀ ਉੱਚਾ ਹੈ। ਹਉਮੈ ਮਾਰ ਮਿਲਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਮ ਦੀ ਕਮਾਈ ਦੁਆਰਾ ਹਉਮੈ ਨੂੰ ਮਾਰ ਕੇ, ਹਉਮੈ ਦਾ ਅਭਾਵ ਕਰਕੇ ਉਹ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ। ਤੇ ਜਿਨ੍ਹਾਂ ਨੂੰ ਮਿਲਾ ਲੈਂਦਾ ਹੈ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੇਰੇ ਭਗਤ ਸੁਹਾ ਹੈ ਸਾਚਾ ਦਰਬਾਰੇ। ਹੇ ਵਾਹਿਗੁਰੂ ਜੀ, ਜਿਹੜੇ ਤੇਰੇ ਭਗਤ ਨੇ
ਉਹ ਤੇਰੇ ਸੱਚੇ ਦਰਬਾਰ ਸੱਚਖੰਡ ਦਰਬਾਰ ਦੇ ਅੰਦਰ ਵੀ ਸ਼ੋਭਾ ਪ੍ਰਾਪਤ ਕਰਦੇ ਹਨ। ਗੁਰ ਕੈ ਸ਼ਬਦ ਨਾਮ ਸਵਾਰੇ, ਕਿਉਂਕਿ ਗੁਰੂ ਕੇ ਸ਼ਬਦ ਦੁਆਰਾ ਤੇ ਨਾਮ ਦੇ ਨਾਲ ਜੁੜ ਕੇ ਉਹਨਾਂ ਨੇ ਆਪਣੇ ਜੀਵਨ ਸਵਾਰ ਲਏ ਨੇ। ਇਸੇ ਲਈ ਉਹ ਤੇਰੇ ਭਗਤ ਸੱਚਖੰਡ ਦਰਬਾਰ ਦੇ ਅੰਦਰ ਵੀ ਸ਼ੋਭਾ ਪ੍ਰਾਪਤ ਕਰਦੇ ਹਨ। ਸਦਾ ਆਨੰਦ ਰਹਿ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣੀਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਭਗਤ ਜਨ ਸਦਾ ਆਨੰਦ ਰਹਿ ਹੈ ਦਿਨ ਰਾਤੀ। ਉਹ ਦਿਨ ਰਾਤ ਹਮੇਸ਼ਾ ਲਈ ਆਨੰਦ ਵਿੱਚ ਹੀ ਰਹਿੰਦੇ ਨੇ। ਕਿਉਂ? ਗੁਣ ਕਹਿ ਗੁਣੀ ਸਮਾਵਣਿਆ। ਉਹ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਕੇ ਤੇ ਗੁਣੀ ਦਾ ਅਰਥ ਗੁਣਾਂ ਦਾ ਮਾਲਕ ਜੋ ਅਕਾਲ ਪੁਰਖ ਹੈ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਇਸੇ ਲਈ ਉਹ ਦਿਨ ਰਾਤ ਹਮੇਸ਼ਾ ਲਈ ਆਨੰਦ ਵਿੱਚ ਹੀ ਰਹਿੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਤਿੱਥੈ ਨਾਦ ਬਨੋਦ ਕੋੜ ਆਨੰਦ। ਇਹ ਅਵਸਥਾ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਹਉ ਵਾਰੀ ਜਿਉ ਵਾਰੀ, ਨਾਮ ਸੁਣ ਮਨ ਵਸਾਵਣਿਆ। ਹਰ ਜਿਉ ਸੱਚਾ ਊਚੋ ਊਚਾ, ਹਉ ਮੈਂ ਮਾਰ ਮਿਲਾਵਣਿਆ। ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਇਹ ਪਿਆਰੇ ਜੀ, ਮੈਂ ਤਿੰਨੇ ਕਾਲਾਂ ਦੇ ਅੰਦਰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਣਾ ਹਾਂ, ਜਿਹੜੇ ਨਾਮ ਨੂੰ ਗੁਰੂ ਦੇ ਮੁਖ ਤੋਂ ਸੁਣ ਕੇ ਤੇ ਫਿਰ ਉਹਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਜੀ ਉੱਚਾ ਹੈ। ਹਰ ਜੀਉ ਸੱਚਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਸੱਚਾ ਹੈ ਤੇ ਉੱਚੋ ਉੱਚਾ, ਉੱਚਿਆਂ ਤੋਂ ਵੀ ਉੱਚਾ ਹੈ। ਹਉਮੈ ਮਾਰ ਮਿਲਾਵਣਿਆ, ਤੇ ਉਹ ਹਉਮੈ ਨੂੰ ਮਾਰ ਕੇ ਉਹਨਾਂ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਐਸਾ ਕੇਂਦਰੀ ਸਿਧਾਂਤ ਵਰਣਨ ਕਰਕੇ ਹੁਣ ਅੱਗੇ ਫਰਮਾਉਂਦੇ ਹਨ। ਹਰ ਜੀਉ ਸਾਚਾ ਸਾਚੀ ਨਾਈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਵੀ ਸੱਚਾ ਹੈ, ਹਮੇਸ਼ਾ ਰਹਿਣ ਵਾਲਾ ਹੈ। ਸਾਚੀ ਨਾਈ, ਤੇ ਉਹਦੀ ਨਾਈ ਮਹਿਮਾ, ਉਹਦੀ ਵਡਿਆਈ ਵੀ ਸੱਚੀ ਹੈ। ਗੁਰ ਪ੍ਰਸਾਦੀ ਕਿਸੈ ਮਿਲਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੁਆਰਾ ਕਿਸੈ ਮਿਲਾਈ। ਤੇ ਜਿਹੜੀ ਵਾਹਿਗੁਰੂ ਦੀ ਸੱਚੀ ਵਡਿਆਈ ਹੈ, ਕਿਸੇ ਵਿਰਲੇ ਨੂੰ ਹੀ ਮਿਲਾਈ ਦਾ ਅਰਥ ਮਿਲਦੀ ਹੈ, ਭਾਵ ਪ੍ਰਾਪਤ ਹੁੰਦੀ ਹੈ। ਗੁਰ ਸ਼ਬਦ ਮਿਲੈ ਹੈ ਸੇ ਵਿਛੜੈ ਨਾਹੀ, ਸਹਜੇ ਸੱਚ ਸਮਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਸ਼ਬਦ ਮਿਲੇ ਹੈ, ਜਿਹੜੇ ਗੁਰੂ ਸ਼ਬਦ ਰਾਹੀਂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਦੇ ਨੇ, ਸੇ ਵਿਛੜੈ ਨਾਹੀ, ਉਹ ਕਦੇ ਫਿਰ ਵਿਛੜਦੇ ਨਹੀਂ। ਕਿਉਂਕਿ ਉਹਨਾਂ ਦਾ ਮਿਲਾਪ ਹੀ ਇਸ ਢੰਗ ਦਾ ਹੁੰਦਾ ਹੈ, ਜਿਵੇਂ ਪਾਣੀ ਪਾਣੀ ਵਿੱਚ ਰਲ ਜਾਵੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਸ ਲਈ ਜਿਵੇਂ ਪਾਣੀ ਵਿੱਚ ਪਾਣੀ ਰਲ ਜਾਵੇ, ਕਦੇ ਵਿਛੜਦਾ ਨਹੀਂ। ਇਉਂ ਜਿਹੜੇ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਲ ਮਿਲਦੇ ਨੇ, ਉਹ ਕਦੀ ਵਿਛੜਦੇ ਨਹੀਂ। ਸਹਿਜੇ ਸੱਚ ਸਮਾਵਣਿਆ, ਬਈ ਉਹ ਸਹਿਜੇ ਸਹਿਜੇ ਗੁਰਮਤਿ ਦੇ ਮਾਰਗ ਤੇ ਚਲਦਿਆਂ ਹੋਇਆਂ, ਸੁਰਤ ਸ਼ਬਦ ਦਾ ਅਭਿਆਸ ਕਰਦਿਆਂ ਹੋਇਆਂ ਸੱਚ ਸਰੂਪ ਦੇ ਵਿੱਚ ਲੀਨ ਹੋ ਜਾਂਦੇ ਹਨ। ਤੁਝ ਤੇ ਬਾਹਰ ਕਛੂ ਨ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਵਾਹਿਗੁਰੂ ਜੀ, ਤੁਸੀਂ ਆਪਣੇ ਭਾਣੇ ਦੇ ਮਾਲਕ ਹੋ ਤੇ ਤੁਹਾਡੇ ਹੁਕਮ ਤੋਂ ਬਾਹਰ, ਤੁਹਾਡੀ ਨਜ਼ਰ ਤੋਂ ਬਾਹਰ, ਤੁਹਾਡੀ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਕਰ ਕਰ ਵੇਖਹਿ ਜਾਣਹਿ ਸੋਏ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰ ਕਰਕੇ ਵੇਖਦੇ ਹੋ ਤੇ ਜਾਣਹਿ ਸੋਏ। ਜਿੱਥੇ ਜਿੱਥੇ ਵੀ ਕੋਈ ਤੁਸੀਂ ਜੀਵ ਪੈਦਾ ਕੀਤਾ ਹੈ ਤੇ ਉਹਨੂੰ ਤੁਸੀਂ ਜਾਣਦੇ ਵੀ ਹੋ। ਨਹੀਂ ਤੇ ਹੁਣ ਮਨੁੱਖ ਨੂੰ ਤੇ ਕੇਵਲ ਆਪਣੇ ਪਰਿਵਾਰ ਦਾ, ਕੁਝ ਰਿਸ਼ਤੇਦਾਰਾਂ ਦਾ ਹੀ ਪਤਾ ਹੁੰਦਾ ਹੈ। ਉਸ ਵਾਹਿਗੁਰੂ ਨੇ 84 ਲੱਖ ਜੂਨਾਂ ਦੇ ਜੀਵ ਬਣਾਏ ਨੇ, 42 ਲੱਖ ਸਮੁੰਦਰ ਦੇ ਵਿੱਚ ਨੇ ਤੇ ਬਾਕੀ ਸਾਰੇ ਹੋਰ ਬਾਹਰ ਨੇ, ਔਰ ਉਹਨਾਂ ਸਾਰਿਆਂ ਦੀ ਖਬਰਸਾਰ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਹੈ। ਆਪੇ ਕਰੇ ਕਰਾਏ ਕਰਤਾ,
ਗੁਰਮਤਿ ਆਪ ਮਿਲਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਕਰਤਾ ਪੁਰਖ ਵਾਹਿਗੁਰੂ ਸਭ ਕੁਝ ਆਪ ਹੀ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ। ਵਾਹਿਗੁਰੂ ਸਿੱਧਾ ਵੀ ਆਪ ਕਰਦਾ ਹੈ ਤੇ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਵੀ ਵਾਹਿਗੁਰੂ ਪਰਮੇਸ਼ਰ ਹੀ ਕਰਵਾਉਂਦਾ ਹੈ। ਗੁਰਮੁਖ ਇਹ ਨਿਸ਼ਚਾ ਕਰਦੇ ਹਨ, ਗੁਰਮਤਿ ਆਪ ਮਿਲਾਵਣਿਆ, ਤੇ ਫਿਰ ਵਾਹਿਗੁਰੂ ਗੁਰਮਤਿ ਰਾਹੀਂ ਗੁਰਮੁਖਾਂ ਨੂੰ ਆਪਣੇ ਆਪ ਦੇ ਨਾਲ ਮਿਲਾ ਲੈਂਦਾ ਹੈ। ਕਾਮਣ ਗੁਣਵੰਤੀ ਹਰ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਗੁਣਵੰਤੀ ਕਾਮਣ ਇਸਤਰੀ ਹੈ, ਭਾਵ ਸਤ ਸੰਤੋਖ ਆਦਿਕ ਦੈਵੀ ਗੁਣਾਂ ਨੂੰ ਧਾਰਨ ਕਰਨ ਵਾਲੀ ਜੋ ਜੀਵ ਰੂਪ ਇਸਤਰੀ ਹੈ, ਉਹੀ ਉਸ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਸਕਦੀ ਹੈ। ਤੈ ਪਾਏ ਸਿੰਗਾਰ ਬਣਾਏ। ਤੇ ਉਹ ਕਿਹੜੀ ਗੁਣਾ ਵਾਲੀ ਹੈ? ਹਜ਼ੂਰ ਕਹਿੰਦੇ ਜਿਹੜੀ ਵਾਹਿਗੁਰੂ ਦੇ ਨਿਰਮਲ ਭੈ ਦਾ ਤੇ ਭੈ ਦਾ ਅਰਥ ਹੈ ਪ੍ਰੇਮ। ਉਸ ਵਾਹਿਗੁਰੂ ਦੇ ਨਿਰਮਲ ਭੈ ਦਾ ਤੇ ਨਿਰਮਲ ਭਾਏ ਪ੍ਰੇਮ ਦਾ ਸ਼ਿੰਗਾਰ ਬਣਾ ਲੈਂਦੀ ਹੈ। ਸਤਿਗੁਰ ਸੇਵ ਸਦਾ ਸੁਹਾਗਣ ਸਚ ਉਪਦੇਸ਼ ਸਮਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜੀਵ ਰੂਪ ਇਸਤਰੀ ਜਿਹੜੀ ਸਤਿਗੁਰੂ ਦੀ ਸੇਵਾ ਕਰਦੀ ਹੈ ਉਹ ਹਮੇਸ਼ਾ ਲਈ ਸੁਹਾਗਣ ਹੋ ਜਾਂਦੀ ਹੈ। ਕਿਵੇਂ? ਸੱਚ ਉਪਦੇਸ਼ ਸਮਾਵਣਿਆ, ਉਹ ਗੁਰੂ ਦੇ ਸੱਚੇ ਉਪਦੇਸ਼ ਦੇ ਵਿੱਚ ਲੀਨ ਹੋ ਜਾਂਦੀ ਹੈ ਤੇ ਗੁਰੂ ਦੇ ਉਪਦੇਸ਼ ਰਾਹੀਂ ਅੱਗੇ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਇਸ ਢੰਗ ਦੇ ਨਾਲ ਉਹ ਹਮੇਸ਼ਾ ਲਈ ਸੁਹਾਗਵੰਤੀ ਬਣ ਜਾਂਦੀ ਹੈ। ਸ਼ਬਦ ਵਿਸਾਰਨ ਤਿਨਾ ਠੌਰ ਡਠਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਲੋਕ ਨੇ ਉਹ ਸ਼ਬਦ ਵਿਸਾਰਨ, ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਉਹਨੂੰ ਉਹ ਭੁਲਾ ਦਿੰਦੇ ਨੇ। ਤਿਨਾ ਠੌਰ ਨਾ ਠਾਓ, ਫਿਰ ਉਹਨਾਂ ਨੂੰ ਨਾ ਤੇ ਕੋਈ ਇੱਥੇ ਹੀ ਚੱਲਦਾ ਹੈ, ਕੋਈ ਇੱਥੇ ਹੀ ਉਹਨਾਂ ਨੂੰ ਥਾਂ ਟਿਕਾਣਾ ਮਿਲਦਾ ਹੈ ਤੇ ਨਾ ਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੋਈ ਉਹਨਾਂ ਨੂੰ ਸਥਾਨ ਪ੍ਰਾਪਤ ਹੁੰਦਾ ਹੈ। ਭ੍ਰਮ ਭੂਲੇ ਜਿਉ ਸੁਣੇ ਘਰ ਕਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਸੁੰਦਰ ਉਦਾਹਰਣ ਦਿੰਦੇ ਹਨ। ਉਹ ਤੇ ਭਰਮ ਦੇ ਵਿੱਚ ਭੁੱਲੇ ਹੋਏ ਇਉਂ ਭਟਕਦੇ ਫਿਰਦੇ ਨੇ ਜਿਵੇਂ ਸੁੰਨੇ ਘਰ ਦੇ ਵਿੱਚ, ਜਿੱਥੇ ਕੋਈ ਆਦਮੀ ਨਾ ਰਹਿੰਦਾ ਹੋਵੇ, ਉਹ ਸੁੰਨੇ ਘਰ ਦੇ ਵਿੱਚ ਉਹ ਕਾਂ ਕਾਂ ਕਰਦਾ ਫਿਰਦਾ ਹੈ। ਇਸੇ ਤਰ੍ਹਾਂ ਭਾਈ ਜਿਹੜੇ ਸਤਸੰਗਤ ਵਿੱਚ ਨਹੀਂ ਆਉਂਦੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਗੁਰੂ ਉਪਦੇਸ਼ ਨੂੰ ਨਹੀਂ ਧਾਰਨ ਕਰਦੇ, ਉਹਨਾਂ ਦੀ ਹਾਲਤ ਵੀ ਉਸ ਕਾਂ ਵਰਗੀ ਹੈ ਜਿਹੜਾ ਸੁੰਨੇ ਘਰ ਦੇ ਵਿੱਚ ਜਾ ਕੇ ਕਾਂ ਕਰਕੇ ਕੁਰਲਾਉਂਦਾ ਰਹਿੰਦਾ ਹੈ, ਪਰ ਉਸ ਨੂੰ ਕੁਝ ਵੀ ਨਸੀਬ ਨਹੀਂ ਹੁੰਦਾ। ਹਾਲਤ ਪਾਲਤ ਤਿਨੀ ਦੋਵੈ ਗਵਾਏ ਦੁਖੇ ਦੁਖ ਵਿਹਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਨਮੁਖਾਂ ਨੇ ਆਹ ਲੋਕ ਵੀ ਤੇ ਪਰਲੋਕ ਦੋਵੇਂ ਹੀ ਗਵਾਲੇ ਹਨ।